कर्म न जाना नाहिन निर्मल करनी। साध संगत कै अंचल लाभ हो भिखम नदी जाए तरनी। सजन सच्चा पातशाहो सिर साहा दे साहो जिस पास बैठिया सोहीऐ सबना दा बेसाहो। सतनाम श्री वाहिगुरु साहिब जीओ। तनासरी महला पहला। जियो तपत है बारो बार तप तप खपै बहुत बेकार। जय तन वाणी विसर जाए ज्यों पक्का रोगी विल लाए। जियो तपत है बारो बार तप तप खपै बहुत बेकार। जय तन वाणी विसर जाए ज्यों पक्का रोगी विल लाए। बहुता बोलण चखण होए बिन बोले जाने सब सोए। रहाओ जिन कन कीते अखी नाक जिन जिहवा दिती बोले तात। जिन मन राखिया अग्नि पाए बाजै पवन आखै सब जाए। जिता मोह प्रीत सुआद सबा कालख दागा दाग। दाग दोष में चलिया लाए दर गै वैसन नाही जाए। कर्म मिलै आखन तेरा नाम जित लग तरना होर नहीं थाओ। जे को डूबे फिर होवै सार नानक साचा सर्ब दातार। कर्म मिलै आखन तेरा नाम जित लग तरना होर नहीं थाओ। जे को डूबे फिर होवै सार नानक साचा सर्ब दातार। वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। सतनाम श्री वाहिगुरु जी। खंब बिकंदड़े जेलाहां खंब बिकंदड़े जेलाहां किन्ना सावी तोल। तन जड़ाई अपने लहां सो सज्जन टोल। तन जड़ाई अपने
ਲਾਹਾਂ ਸੋ ਸੱਜਣ ਟੋਲ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਜੁੜ ਬੈਠੇ ਸਤ ਸੰਗੀ ਜਨੋ, ਕੋਟਾਨ ਕੋਟ ਧੰਨਵਾਦ ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਦੇ ਉੱਤੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਮਿਹਰ ਬਖਸ਼ਿਸ਼ ਹੋਈ ਹੈ। ਗੁਰਦੇਵ ਪਿਤਾ ਨੇ ਸਾਡੇ ਉੱਤੇ ਦਇਆ ਕਰਕੇ ਸਾਨੂੰ ਅੱਜ ਫਿਰ ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਅਵਸਰ ਬਖਸ਼ਿਸ਼ ਕੀਤਾ ਹੈ। ਗੁਰੂ ਰੂਪ ਸਾਧ ਸੰਗਤ ਜੀ, ਇਹ ਸੰਗਤ ਬੜੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਬਿਨਾਂ ਭਾਗਾਂ ਤੋਂ ਸੰਗਤ ਦੀ ਪ੍ਰਾਪਤੀ ਨਹੀਂ। ਜਿਹੜੇ ਭਾਗਹੀਣ ਨੇ ਉਹ ਚੋਟਾਂ ਖਾਂਦੇ ਨੇ, ਜਿਹੜੇ ਭੜਭਾਗੀ ਨੇ ਉਹ ਸਤ ਸੰਗਤ ਪ੍ਰਾਪਤ ਕਰ ਲੈਂਦੇ ਨੇ। ਔਰ ਸਤ ਸੰਗਤ ਦੀ ਮਹਿਮਾ ਜਿਹੜੀ ਹੈ ਉਹ ਐਡੀ ਮਹਾਨ ਹੈ ਕਿ ਪਿੰਗਲੇ ਜਿਹੜੇ ਨੇ ਉਹ ਪਰਬਤ ਦੇ ਉੱਤੇ ਚੜ ਜਾਂਦੇ ਨੇ। ਜਮਾਂਦਰੂ ਅੰਧਿਆਂ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਗੂੰਗਿਆਂ ਨੂੰ ਰਸਨਾ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਨੂੰ ਬੋਲਣ ਦੀ ਸ਼ਕਤੀ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਸੋ ਇੰਨੇ ਗੁਣ ਨੇ ਸਾਧ ਸੰਗਤ ਦੇ ਵਿੱਚ। ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਵਣ ਵਡਾਈ ਕਹਿ ਸਕੋ ਬੇਅੰਤ ਗੁਣੀਤਾ। ਬੇਅੰਤ ਗੁਣ ਨੇ ਸਤ ਸੰਗਤ ਦੇ, ਮੈਂ ਵਡਿਆਈ ਕਹਿ ਨਹੀਂ ਸਕਦਾ। ਗੁਰਦੇਵ ਪਿਤਾ ਨੇ ਸਾਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ ਕੇ ਨਿਵਾਜਿਆ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਸਾਧ ਸੰਗਤ ਜੀ, ਆਪਾਂ ਲੜੀਵਾਰ ਜਪਜੀ ਸਾਹਿਬ ਜੀ ਦੀ 38ਵੀਂ ਪੌੜੀ ਦੀ ਵਿਚਾਰ ਕਰ ਰਹੇ ਹਾਂ। ਤਕਰੀਬਨ 3 ਦਿਨ ਹੋ ਗਏ ਨੇ ਇਸ 38ਵੀਂ ਪੌੜੀ ਦੀ ਵਿਚਾਰ ਆਰੰਭ ਕੀਤੇ ਆ। ਆਪ ਜੀ ਨੇ ਇਸ ਪੌੜੀ ਦਾ ਪਾਠ ਤੇ ਸਾਰਿਆਂ ਨੇ ਸਰਵਣ ਕੀਤਾ, ਕਈ ਵਾਰ ਸਰਵਣ ਕਰ ਲਿਆ। ਆਓ ਆਪਾਂ ਇਹਦੀ ਵਿਚਾਰ ਆਰੰਭ ਕਰੀਏ। ਸਤਿਗੁਰੂ ਜੀ ਸਾਨੂੰ ਕੀ ਕੀ ਉਪਦੇਸ਼ ਬਖਸ਼ਦੇ ਨੇ। ਅੱਜ ਆਪਾਂ ਪਾਠ ਨਹੀਂ, ਸਿੱਧਾ ਇਸ ਬਾਣੀ ਦੀ ਵਿਚਾਰ ਆਰੰਭ ਕਰਦੇ ਹਾਂ। ਉਹਦੇ ਅੱਖਰੀ ਅਰਥ, ਸ਼ਬਦਾਰਥ ਸਾਰਾ ਕੁਝ ਆਪਾਂ ਵਿਚਾਰ ਕੇ ਗੁਰੂ ਪਾਤਸ਼ਾਹ ਕਿਰਪਾ ਕਰਨ, ਆਪਣੀ ਬਖਸ਼ੀ ਹੋਈ ਬੁੱਧ ਦੇ ਅਨੁਸਾਰ ਸਾਡੇ ਕੋਲੋਂ ਅਰਥ ਕਰਵਾ ਲੈਣ। ਕੋਈ ਵੀ ਰਸਨਾ ਸਾਧ ਸੰਗਤ ਜੀ ਬਾਂਝੀ ਨਾ ਰਹੇ। ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਪੌ ਖੱਲਾ ਅਗਨ ਤਪ ਤਾਓ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਪੌੜੀ ਦੇ ਆਰੰਭ ਦੇ ਵਿੱਚ ਜੋ ਬਚਨ ਕੀਤਾ ਹੈ ਉਹ ਹੈ ਜਤ ਪਹਾਰਾ। ਇੱਕ ਸੁਨਿਆਰੇ ਦੀ ਦੁਕਾਨ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੇਖੀ, ਔਰ ਉਹ ਦੁਕਾਨ ਦੇ ਵਿੱਚ ਸਜੇ ਹੋਏ ਗਹਿਣੇ ਸਤਿਗੁਰੂ ਜੀ ਨੇ ਦੇਖੇ, ਜਿਹੜੇ ਘੜੇ ਹੋਏ ਸਨ, ਸਵਾਰੇ ਹੋਏ ਸਨ। ਜਿਨ੍ਹਾਂ ਨੂੰ ਘੜਿਆ ਗਿਆ ਨਾ ਉਹ ਬੜੇ ਸੋਹਣੇ ਲੱਗਦੇ ਨੇ। ਹੁਣ ਪਾਤਸ਼ਾਹ ਨੇ ਕਿਹਾ, ਮਨੁੱਖ ਦੀ ਮੱਤ ਘੜੀ ਜਾਵੇ, ਮਨੁੱਖ ਦਾ ਮਨ ਘੜਿਆ ਜਾਵੇ, ਇਹਦੀ ਬੁੱਧ ਘੜੀ ਜਾਵੇ। ਉਹਨੂੰ ਘੜਨ ਵਾਸਤੇ ਵੀ ਜਿਸ ਤਰ੍ਹਾਂ ਸੁਨਿਆਰ ਦੇ ਕੋਲ ਦੁਕਾਨ ਹੁੰਦੀ ਹੈ ਨਾ, ਇਸ ਤਰ੍ਹਾਂ ਦੀ ਕੋਈ ਦੁਕਾਨ ਹੋਵੇ ਜਿੱਥੇ ਇਹਦੀ ਮੱਤ ਬੁੱਧ ਸੁਰਤ ਘੜੀ ਜਾ ਸਕੇ, ਮਨ ਘੜਿਆ ਜਾ ਸਕੇ, ਇਹਦੀ ਮੱਤ ਉੱਚੀ ਹੋ ਸਕੇ। ਗੁਰਦੇਵ ਪਿਤਾ ਜੀ ਨੇ ਉਹ ਠਿਕਾਣਾ ਲੱਭਿਆ। ਪਾਤਸ਼ਾਹ ਜੀ ਨੇ ਕਿਹਾ, ਉਹ ਦੁਕਾਨ ਜਿਹੜੀ ਬਣਾਉਣੀ ਹੈ ਨਾ, ਜਿੱਥੇ ਮਨੁੱਖ ਦਾ ਮਨ ਘੜਿਆ ਜਾਣਾ ਹੈ, ਇਹਦੀ ਮੱਤ ਸੁਰਤ ਬੁੱਧ ਘੜੀ ਜਾਣੀ ਹੈ, ਉਹ ਜਤ ਹੋਵੇ। ਜਤ ਦੀ ਦੁਕਾਨ, ਜਤ ਪਹਾਰਾ। ਉਹ ਦੁਕਾਨ ਜਿਹੜੀ ਹੈ, ਜਿਹੜੀ ਸੁਨਿਆਰੇ ਨੇ ਜਿੱਥੇ ਗਹਿਣੇ ਸਜਾ ਕੇ ਰੱਖੇ ਨੇ। ਪਾਤਸ਼ਾਹ ਕਹਿੰਦੇ, ਜਤ ਦੀ ਦੁਕਾਨ ਬਣਾਈਏ। ਭਾਵ ਤੇਰਾ ਕਿਰਦਾਰ ਸਿੱਖਾ ਇੰਨਾ ਉੱਚਾ ਹੋਵੇ, ਤੇਰਾ ਕਰੈਕਟਰ। ਜੇ ਤੂੰ ਅੰਮ੍ਰਿਤ ਬਣਾਉਣਾ ਚਾਹੁੰਦਾ ਨਾ ਆਪਣੇ ਸਰੀਰ ਨੂੰ, ਆਪਣੇ ਮਨ ਨੂੰ, ਕਿਉਂਕਿ ਇਸ ਸਰੀਰ ਦੀ ਬੜੀ ਨਿੰਦਿਆ ਲੋਕਾਂ ਨੇ, ਬਹੁਤ ਸਾਰਿਆਂ ਨੇ ਕੀਤੀ ਹੈ, ਪਰ ਗੁਰਮਤਿ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਣੀ ਨੇ
ਜੇ ਇਹਨੂੰ ਕਿਤੇ ਮਾੜਾ ਵੀ ਕਿਹਾ ਤਾਂ ਨਾਲ ਇਹ ਵੀ ਕਿਹਾ ਕਿ ਇਹ ਹਰੀ ਪ੍ਰਮਾਤਮਾ ਦਾ, ਪ੍ਰਭੂ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਹੈ। ਜੇ ਇੰਨਾ ਮਾੜਾ ਹੁੰਦਾ ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਉਂ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੋ ਰਹੀ ਆ। ਜੇ ਸਰੀਰ ਇੰਨਾ ਹੀ ਮਾੜਾ ਹੁੰਦਾ ਤਾਂ ਕਿਉਂ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਦੀ, ਪ੍ਰਭੂ ਨੂੰ ਮਿਲਣ ਵਾਸਤੇ ਸਰੀਰ ਮਿਲਿਆ। ਇਹੋ ਹੀ ਰਸਤਾ ਹੈ ਕੇਵਲ ਜਿਹਦੇ ਨਾਲ ਅਸੀਂ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ। ਇਸ ਸਰੀਰ ਦੀ ਮਹਿਮਾ ਵਡਿਆਈ ਵੀ ਕੀਤੀ ਹੈ। ਸਤਿਗੁਰਾਂ ਨੇ ਕਿਹਾ ਇਹ ਅੰਮ੍ਰਿਤ ਹੈ, ਇਹ ਪਿੰਡ ਹੈ, ਜੋ ਕੁਝ ਬਾਹਰ ਹੈ ਉਹ ਪਿੰਡ ਦੇ ਵਿੱਚ ਵੀ ਹੈ। ਜੋ ਅਸੀਂ ਬਾਹਰੋਂ ਲੱਭਦੇ ਹਾਂ ਉਹ ਇਸ ਪਿੰਡ ਦੇ ਵਿੱਚੋਂ ਲੱਭ ਸਕਦਾ ਹੈ। ਜੋ ਬ੍ਰਹਮੰਡੇ, ਜੋ ਬ੍ਰਹਮੰਡ ਦੇ ਵਿੱਚ ਹੈ ਉਹ ਪਿੰਡ ਦੇ ਵਿੱਚੋਂ ਮਿਲ ਸਕਦਾ ਹੈ। ਹਰ ਇੱਕ ਵਸਤੂ, ਆਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਨੂੰ ਵੇਖਿਆ ਕਿ ਕਿਵੇਂ ਉਡਾਰੀਆਂ ਮਾਰਦੇ ਨੇ, ਕਿੰਨੇ ਕਿੰਨੇ ਪਹਿਰ ਉੱਡੀ ਜਾਂਦੇ ਨੇ ਆਕਾਸ਼ ਦੇ ਵਿੱਚ। ਖੋਜ ਆਰੰਭ ਹੋ ਗਈ, ਅੰਤਰਮੁਖੀ ਖੋਜ ਕੀਤੀ ਵਿਗਿਆਨਾਂ ਨੇ, ਸਾਇੰਸਦਾਨਾਂ ਨੇ ਖੋਜਿਆ। ਉਹ ਇਸ ਪਿੰਡ ਦੇ ਵਿੱਚੋਂ, ਇਸ ਸਰੀਰ ਦੇ ਵਿੱਚੋਂ ਖੋਜ ਨਿਕਲੀ। ਸਾਧ ਸੰਗਤ ਜੀ ਉਹਨਾਂ ਨੇ ਜਹਾਜ਼ ਬਣਾ ਦਿੱਤੇ ਪੰਛੀਆਂ ਦੀ ਤਰ੍ਹਾਂ ਉੱਡਣ ਵਾਲੇ। ਇਹ ਖੋਜ ਕਿਤੋਂ ਬਾਹਰੋਂ ਨਹੀਂ ਆਈ, ਇਸ ਪਿੰਡ ਦੇ ਵਿੱਚੋਂ, ਇਸ ਸਰੀਰ ਦੇ ਵਿੱਚੋਂ ਇਹ ਖੋਜ ਆਈ ਹੈ। ਜੋ ਕੁਝ ਬਾਹਰ ਹੈ, ਜੋ ਬ੍ਰਹਿਮੰਡ ਦੇ ਵਿੱਚ ਹੈ ਉਹ ਪਿੰਡ ਦੇ ਵਿੱਚ ਹੈ, ਉਹ ਸਰੀਰ ਦੇ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੀ ਇਹਦੇ ਵਿੱਚ ਹੀ ਹੈ, ਜ਼ਹਿਰ ਵੀ ਇਹਦੇ ਵਿੱਚ ਹੈ, ਨਰਕ ਵੀ ਇਹਦੇ ਵਿੱਚ, ਸਵਰਗ ਵੀ ਇਹਦੇ ਵਿੱਚ। ਉਹ ਤਾਂ ਹੁਣ ਤੇਰੀ ਅਵਸਥਾ ਹੈ ਨਾ, ਤੂੰ ਇਹਨੂੰ ਕਿੰਨਾ ਕੁ ਉੱਚਾ ਲੈ ਕੇ ਜਾਣਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਸਰੀਰ ਦੇ ਵਿੱਚੋਂ ਅੰਮ੍ਰਿਤ ਲੱਭਣਾ ਹੈ, ਜੇ ਇਸ ਤਨ ਨੂੰ, ਇਸ ਸਰੀਰ ਨੂੰ ਅੰਮ੍ਰਿਤ ਬਣਾਉਣਾ ਹੈ ਤਾਂ ਆਪਣਾ ਕਿਰਦਾਰ ਉੱਚਾ ਬਣਾ ਲੈ, ਆਪਣੇ ਕਰੈਕਟਰ ਨੂੰ ਇੰਨਾ ਸੋਹਣਾ ਤੇ ਉੱਚਾ ਸੁੱਚਾ ਬਣਾ ਲੈ। ਭਾਵ ਉਹ ਦੁਕਾਨ ਜਿੱਥੇ ਤੇਰੀ ਮੱਤ ਤੇ ਬੁੱਧ ਘੜ ਕੇ ਹੀਰੇ ਰੱਖੇ ਜਾਣੇ ਨੇ। ਮੱਤ ਨੂੰ ਘੜਿਆ ਜਾਣਾ, ਘੜ ਕੇ ਰੱਖਿਆ ਜਾਣਾ ਹੈ, ਬੁੱਧੀ ਨੂੰ ਘੜ ਕੇ ਰੱਖਿਆ ਜਾਣਾ ਹੈ, ਤੇਰੀ ਸੁਰਤੀ ਨੂੰ ਘੜ ਕੇ ਰੱਖਿਆ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਜਤ ਦੀ ਉਹ ਦੁਕਾਨ ਬਣਾ ਲੈ। ਔਰ ਇਸੇ ਜਤ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਕਰ ਰਹੇ ਨੇ। ਪਾਤਸ਼ਾਹ ਕਹਿੰਦੇ ਮਿਥਿਆ ਨਾਹੀ ਰਸ ਨਾ ਪਰਸ, ਮਨ ਮੈਂ ਪ੍ਰੀਤ ਨਰੰਜਨ ਦਰਸ, ਪਰਤਰੈ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਪਰਸ। ਸਤਿਗੁਰੂ ਜੀ ਕਹਿੰਦੇ ਐਦਾਂ ਦਾ ਤੇਰਾ ਕਿਰਦਾਰ ਹੋਵੇ, ਤੇਰੀ ਰਸਨਾ ਝੂਠ ਬੋਲਣ ਤੋਂ ਹਟ ਜਾਏ, ਤੇਰੇ ਕੰਨ ਝੂਠ ਬੋਲਣ ਤੋਂ ਰੁਕ ਜਾਣ। ਐਦਾਂ ਦਾ ਜਤ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ। ਜਤ ਕਈ ਪ੍ਰਕਾਰ ਦਾ ਹੈ। ਸਤਿਗੁਰੂ ਜੀ ਕਹਿੰਦੇ ਨਿੰਦਿਆ ਬੋਲ ਕਰਨ ਤੋਂ ਤੇਰੀ ਰਸਨਾ ਰੁਕ ਜਾਏ, ਝੂਠ ਬੋਲਣ ਤੋਂ ਤੇਰੀ ਰਸਨਾ ਰੁਕ ਜਾਏ। ਆਪਣੇ ਕਿਰਦਾਰ ਨੂੰ ਇੰਨਾ ਉੱਚਾ ਤੇ ਸੁੱਚਾ ਬਣਾ ਲੈ, ਭਾਵ ਇਹਨੂੰ ਦੁਕਾਨ ਬਣਾ ਲੈ। ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ। ਸੁਨਿਆਰਾ ਜਿਹੜਾ ਬਣਾਉਣਾ, ਦੁਕਾਨ ਦੇ ਉੱਤੇ ਬਿਠਾਉਣਾ ਹੈ ਨਾ, ਉਹ ਆਪਣੇ ਧੀਰਜ ਨੂੰ ਬਣਾ ਲੈ। ਧੀਰਜ ਨੂੰ ਸੁਨਿਆਰਾ ਬਣਾਉਣਾ। ਧੀਰਜ ਜਿਹੜਾ ਕਹਿਣ ਤੋਂ ਭਾਵ ਤੇਰੇ ਵਿੱਚ ਕਾਹਲੀ ਨਾ ਹੋਵੇ, ਟਿਕਾ ਹੋਵੇ, ਧੀਰਜ ਹੋਵੇ। ਚੱਲੇ ਇੱਕ ਕਦਮ, ਤੇਰੀ ਨਿਗਾਹ ਜਿਹੜੀ ਹੈ 100 ਕਦਮਾਂ ਦੀ ਦੂਰੀ ਤੇ ਹੋਵੇ। ਇੱਕ ਕਦਮ ਚੱਲੇ ਪਰ ਮੰਜ਼ਲ ਦੇ ਵੱਲ ਤੇਰਾ ਨਿਸ਼ਾਨਾ ਹੋਵੇ, 100 ਕਦਮਾਂ ਦੇ ਉੱਤੇ ਨਜ਼ਰ ਰੱਖੀ ਹੋਵੇ। ਚੱਲਣਾ ਹੌਲੀ ਹੌਲੀ ਪਿਆਰ ਨਾਲ, ਪਰ ਪਹੁੰਚਣਾ ਮੰਜ਼ਿਲ ਤੱਕ। ਇਸ ਲਈ ਆਪਣੇ ਧੀਰਜ ਨੂੰ, ਜਿਹੜਾ ਕਾਹਲੀ ਨਾ ਕਰੇ, ਧੀਰਜ ਨੂੰ ਬਣਾ ਲੈ ਸੁਨਿਆਰਾ। ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ, ਆਪਣੀ ਮਤ ਨੂੰ ਬਣਾ ਲੈ ਆਹਰਣ। ਆਹਰਣ ਸਾਧ ਸੰਗਤ ਜੀ ਉਹ ਹੁੰਦੀ ਹੈ ਜਿਹਦੇ ਉੱਤੇ ਸੁਨਿਆਰ ਰੱਖ ਕੇ ਗਹਿਣੇ ਘੜਦਾ, ਹਥੌੜਿਆਂ ਦੀ ਬਾਰ ਪੈਂਦੀ ਹੈ। ਇੱਕ ਆਹਰਣ ਛੋਟੀ ਜੀ ਹੁੰਦੀ ਹੈ ਸੁਨਿਆਰ ਦੀ ਦੁਕਾਨ ਦੇ ਉੱਤੇ, ਇੱਕ ਆਹਰਣ ਥੋੜੀ ਜੀ ਵੱਡੀ ਹੁੰਦੀ ਹੈ, ਉਹ ਲੋਹਾਰ ਦੀ ਮਿਸਤਰੀ ਦੀ ਦੁਕਾਨ ਦੇ ਉੱਤੇ ਪਈ ਹੁੰਦੀ ਹੈ। ਬਾਰ ਦੁਨਾਂ ਦੇ ਉੱਤੇ ਹੁੰਦੇ ਨੇ, ਸੰਦ ਦੁਨਾਂ ਦੇ ਉੱਤੇ ਘੜੇ ਜਾਂਦੇ ਨੇ। ਇੱਕ ਦੇ ਉੱਤੇ ਲੋਹੇ ਦੇ ਘੜੇ ਜਾਂਦੇ ਨੇ, ਇੱਕ ਦੇ ਉੱਤੇ ਸਿਉਨੇ ਦੇ ਘੜੇ ਜਾਂਦੇ ਨੇ। ਇੱਕ ਬੜੀ ਸੋਹਣੀ ਗਾਥਾ ਮੈਨੂੰ ਯਾਦ ਆ ਗਈ। ਇੱਕ ਸ਼ਹਿਰ ਦੇ ਵਿੱਚ 2 ਦੁਕਾਨਾਂ ਨੇ ਆਮੋ ਸਾਹਮਣੇ। ਸਾਹਮਣੇ ਦੁਕਾਨ ਸੁਨਿਆਰੇ ਦੀ, ਉਹਦੇ ਸਾਹਮਣੇ ਦੁਕਾਨ ਹੈ ਲੋਹਾਰ ਦੀ ਮਿਸਤਰੀ ਦੀ। ਇੱਕ ਸਿਉਨੇ ਦੇ ਗਹਿਣੇ ਬਣਾਉਂਦਾ ਹੈ, ਇੱਕ ਲੋਹੇ ਦੇ ਹਥਿਆਰ ਬਣਾਉਂਦਾ ਹੈ। ਮਾਰ ਦੁਨਾਂ ਦੇ ਉੱਤੇ ਪੈਂਦੀ ਹੈ, ਉੱਥੇ ਵੀ ਭੱਠੀ ਤਪਦੀ ਹੈ, ਇੱਧਰ ਵੀ ਭੱਠੀ ਤਪਦੀ ਹੈ। ਇੱਕ ਦਿਨ
ਲੋਹੇ ਦਾ ਟੁਕੜਾ ਜਿਹੜਾ ਨਾ ਤੜਫ ਕੇ ਪੂਰੇ ਜ਼ੋਰ ਦੀ ਤੜਕ ਕੇ ਸੁਨਿਆਰੇ ਦੀ ਹੱਟ ਵਿੱਚ ਆ ਗਿਆ। ਤਾਂ ਅੱਗਿਓਂ ਲੋਹੇ ਨੂੰ ਸੁਨਿਆਰੇ ਦੀ ਦੁਕਾਨ ਦੇ ਉੱਤੇ ਪਿਆ ਸਿਉਨਾ ਕਹਿੰਦਾ ਮਿੱਤਰਾ, ਮਾਰ ਤੈਨੂੰ ਵੀ ਪੈਂਦੀ ਹੈ, ਮਾਰ ਮੈਨੂੰ ਵੀ ਪੈਂਦੀ ਹੈ। ਤੇਰੇ ਉੱਤੇ ਵੀ ਹਥੌੜਿਆਂ ਦੇ ਵਾਰ ਹੁੰਦੇ ਨੇ, ਮੇਰੇ ਉੱਤੇ ਵੀ ਹੁੰਦੇ ਨੇ। ਤੈਨੂੰ ਵੀ ਅੱਗ ਵਿੱਚ ਤਪਾਇਆ ਜਾਂਦਾ, ਅੱਗ ਵਿੱਚ ਮੈਨੂੰ ਵੀ ਤਪਾਇਆ ਜਾਂਦਾ। ਤੈਨੂੰ ਵੀ ਲਾਲ ਕੀਤਾ ਜਾਂਦਾ, ਮੈਨੂੰ ਵੀ ਪਿਘਲਾਇਆ ਜਾਂਦਾ। ਤੈਨੂੰ ਵੀ ਘੜਿਆ ਜਾਂਦਾ, ਮੈਨੂੰ ਵੀ ਘੜਿਆ ਜਾਂਦਾ। ਪਰ ਆਪਣੇ ਦੋਨਾਂ ਵਿੱਚ ਫਰਕ ਇੱਕ ਹੈ, ਮਾਰ ਬਰਾਬਰ ਪੈਂਦੀ ਹੈ, ਪਰ ਮੈਂ ਕਦੀ ਤੇਰੇ ਜਿੰਨਾ ਰੌਲਾ ਨਹੀਂ ਪਾਇਆ ਜਿੰਨਾ ਤੂੰ ਰੌਲਾ ਪਾਉਣਾ ਹੈ। ਤੂੰ ਬਹੁਤ ਰੌਲਾ ਪਾਉਣਾ ਹੈ। ਤੇਰੇ ਉੱਤੇ ਜਦੋਂ ਹਥੌੜਿਆਂ ਦੀ ਮਾਰ ਪੈਂਦੀ ਹੈ ਨਾ, ਇੰਨੀ ਆਵਾਜ਼ ਆਉਂਦੀ ਹੈ ਲੋਹੇ ਦੇ ਵਿੱਚੋਂ, ਸਿਉਨੇ ਦੇ ਵਿੱਚ ਤਾਂ ਟਕ ਟਕ ਦੀ ਛੋਟੀ ਛੋਟੀ ਜਿਹੀ ਆਵਾਜ਼ ਆਉਂਦੀ ਹੈ। ਹਥੌੜੀਆਂ ਦੀ ਮਾਰ ਉਹ ਵੀ ਝੱਲਦਾ ਹੈ, ਹਥੌੜਿਆਂ ਦੀ ਮਾਰ ਉਹ ਵੀ ਝੱਲਦਾ ਹੈ। ਸਿਉਨਾ ਕਹਿੰਦਾ ਤੇਰੇ ਵਿੱਚੋਂ ਆਵਾਜ਼ ਕਿਉਂ ਆਉਂਦੀ ਹੈ, ਤੂੰ ਰੌਲਾ ਇੰਨਾ ਕਿਉਂ ਪਾਉਣਾ। ਇਹ ਸਾਡੀ ਕੌਮ ਦੇ ਉੱਤੇ ਲੱਗਦੀ ਹੈ ਗੱਲ ਕਿ ਆ ਤੀਜੇ ਇੱਕ ਦਿਨ ਸਿੱਖ ਕਿਉਂ ਰੌਲਾ ਪਾਉਣ ਲੱਗ ਜਾਂਦੇ ਨੇ, ਮਾਰੇ ਗਏ, ਲੁੱਟੇ ਗਏ, ਪੰਥ ਨੂੰ ਖਤਰਾ ਹੈ। ਕਿੰਨਾ ਤੋਂ ਖਤਰਾ ਹੈ? ਇਹਨੂੰ ਪੁੱਛਿਆ ਕਿ ਹੋਰ ਤੇ ਇੰਨਾ ਰੌਲਾ ਨਹੀਂ ਪਾਉਂਦੇ, ਤੁਸੀਂ ਕਿਉਂ ਰੌਲਾ ਪਾਉਂਦੇ ਹੋ? ਇਸੇ ਤਰ੍ਹਾਂ ਲੋਹੇ ਨੂੰ ਪੁੱਛਿਆ ਸਿਉਨੇ ਨੇ, ਤੂੰ ਇੰਨਾ ਰੌਲਾ ਕਿਉਂ ਪਾਉਣਾ ਹੈ? ਮਾਰ ਤਾਂ ਮੇਰੇ ਉੱਤੇ ਵੀ ਪੈਂਦੀ ਹੈ ਨਾ, ਮੈਂ ਵੀ ਰੋਜ਼ ਹਥੌੜਿਆਂ ਦੀ ਮਾਰ ਝੱਲਦਾ। ਤਾਂ ਅੱਗੇ ਲੋਹੇ ਨੇ ਬੜੀ ਕਮਾਲ ਦੀ ਗੱਲ ਕਹੀ, ਕਹਿੰਦਾ ਮਿੱਤਰਾ ਇਹ ਗੱਲ ਠੀਕ ਹੈ, ਤੈਨੂੰ ਵੀ ਅੱਗ ਵਿੱਚ ਤਪਾਇਆ ਜਾਂਦਾ ਹੈ, ਮੈਨੂੰ ਵੀ ਤਪਾਇਆ ਜਾਂਦਾ ਹੈ। ਤੇਰੇ ਗਹਿਣੇ ਬਣਦੇ ਨੇ, ਮੇਰੇ ਵੀ ਹਥਿਆਰ ਬਣਦੇ ਨੇ। ਤੇਰੇ ਉੱਤੇ ਵੀ ਹਥੌੜਿਆਂ ਦੀ ਮਾਰ ਪੈਂਦੀ ਹੈ, ਮੇਰੇ ਉੱਤੇ ਵੀ ਮਾਰ ਪੈਂਦੀ ਹੈ। ਪਰ ਮੈਂ ਰੌਲਾ ਕਿਉਂ ਪਾਉਣਾ, ਉਹਦਾ ਕਾਰਨ ਇਹ ਹੈ ਕਿ ਮੈਨੂੰ ਜਿਹੜਾ ਮਾਰਨ ਵਾਲਾ ਹਥੌੜਾ ਹੁੰਦਾ ਨਾ, ਉਹ ਸਿਉਨੇ ਦਾ ਨਹੀਂ ਹੁੰਦਾ। ਮੈਨੂੰ ਮਾਰਨ ਵਾਲਾ ਮੇਰਾ ਆਪਣਾ ਹੀ ਅੰਗ ਹੁੰਦਾ ਹੈ। ਭਾਵ ਕਿ ਮੈਨੂੰ ਮਾਰਨ ਵਾਲਾ ਮੇਰਾ ਆਪਣਾ। ਸਿੱਖ ਕੌਮ ਨੂੰ ਜਦੋਂ ਕੋਈ ਮਾਰਦਾ ਨਾ, ਆਪਣਾ ਹੀ ਮਾਰਦਾ, ਬਾਹਰ ਲਾ ਕੇ ਨਹੀਂ ਮਾਰਦਾ। ਨਾ ਬਾਹਰਲਿਆਂ ਤੋਂ ਮਾਰੀ ਮਰੇ। ਜਦੋਂ ਆਪਣੇ ਵਾਰ ਕਰਦੇ ਨੇ, ਕੌਮ ਨੂੰ ਬੜਾ ਦਰਦ ਹੁੰਦਾ ਹੈ। ਹਥਿਆਰ ਜਿਹੜੇ ਘੜੇ ਜਾਂਦੇ ਨੇ ਸਾਧ ਸੰਗਤ ਜੀ, ਹਥੌੜੇ ਵੱਜਦੇ ਨੇ ਉਹ ਵੀ ਲੋਹੇ ਦੇ, ਔਰ ਜਿਹੜੇ ਹਥਿਆਰ ਬਣਦੇ ਨੇ ਉਹ ਵੀ ਲੋਹੇ ਦੇ। ਸਿਉਨੇ ਨੂੰ ਲੋਹਾ ਕਹਿੰਦਾ ਤੈਨੂੰ ਤਾਂ ਦਰਦ ਨਹੀਂ ਹੁੰਦਾ ਕਿਉਂਕਿ ਤੈਨੂੰ ਮਾਰਨ ਵਾਲਾ ਲੋਹਾ ਹੁੰਦਾ ਹੈ, ਹਥੌੜੀ ਸਿਉਨੇ ਦੀ ਨਹੀਂ ਹੁੰਦੀ। ਤੈਨੂੰ ਜਿਹੜਾ ਮਾਰਨ ਵਾਲਾ ਉਹ ਲੋਹਾ ਹੁੰਦਾ, ਪਰ ਮੈਨੂੰ ਤਾਂ ਮਾਰਨ ਵਾਲਾ ਵੀ ਮੇਰਾ ਆਪਣਾ ਹੀ ਹੁੰਦਾ, ਬਗਾਨਾ ਨਹੀਂ ਹੁੰਦਾ। ਤਾਂ ਮੈਂ ਰੌਲਾ ਪਾਉਣਾ। ਸੋ ਸਾਧ ਸੰਗਤ ਜੀ ਆਪਾਂ ਇਸ ਪਾਸੇ ਨਾ ਜਾਈਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ, ਜਪਜੀ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਆਹਰਣ ਮਤ, ਆਪਣੀ ਮਤ ਨੂੰ ਬਣਾ ਲੈ ਆਹਰਣ। ਔਰ ਉਹਦੇ ਉੱਤੇ ਘੜੇ ਜਾਣੇ ਨੇ ਜਿਹੜੇ ਆਹਰਣ ਮਤ ਵੇਦ ਹਥਿਆਰ। ਜਿਹੜੀ ਮਾਰ ਪੈਣੀ ਹੈ ਨਾ ਹਥੌੜਿਆਂ ਦੀ, ਉਹ ਹਥੌੜਾ ਬਣਾ ਲੈ ਗਿਆਨ ਨੂੰ। ਆਹਰਣ ਮਤ ਵੇਦ ਹਥਿਆਰ। ਇੱਥੇ ਵੇਦ ਦੇ ਦੱਦੇ ਥੱਲੇ ਔਂਕੜ ਲੱਗੀ ਹੋਣ ਕਰਕੇ ਇੱਕ ਵਚਨ ਹੈ। ਜੇ ਬਹੁ ਵਚਨ ਹੁੰਦਾ ਫਿਰ ਵੇਦਾਂ ਦਾ ਹੋਣਾ ਸੀ ਕਿ ਵੇਦਾਂ ਦਾ ਹਥੌੜਾ ਬਣਾ ਲੈ। ਇੱਥੇ ਇੱਕ ਵਚਨ ਹੋਣ ਦੇ ਕਾਰਨ ਕਿ ਗਿਆਨ ਦਾ ਹਥੌੜਾ ਬਣਾ ਲੈ। ਗਿਆਨ ਦਾ ਹਥੌੜਾ ਪਵੇ, ਆਹਰਣ ਦੀ ਮੱਤ ਹੋਵੇ। ਆਹਰਣ ਮੱਤ ਵੇਦ ਹਥਿਆਰ। ਫਿਰ ਭਉ ਖਲਾ। ਅੱਗੇ ਜਿਹੜੀਆਂ ਧੋਕਣੀਆਂ ਹੁੰਦੀਆਂ ਸੀ, ਹੁਣ ਤਾਂ ਇਲੈਕਟ੍ਰੋਨਿਕ ਸਿਸਟਮ ਆ ਗਿਆ ਅੱਗ ਬਾਲਣ ਵਾਸਤੇ, ਤਪਾਉਣ ਵਾਸਤੇ। ਸਾਧ ਸੰਗਤ ਜੀ ਛੋਟੇ ਛੋਟੇ ਪੱਖੇ ਆ ਗਏ ਬਿਜਲੀ ਦੇ, ਜਿਹੜੇ ਹਵਾ ਦਿੰਦੇ ਨੇ, ਅੱਗ ਬਾਲਦੇ ਨੇ ਕੋਲਿਆਂ ਦੇ ਵਿੱਚ। ਅੱਗੇ ਚਮੜੇ ਦੀ ਖੱਲ ਦੀ ਧੌਕਣੀ ਹੁੰਦੀ ਸੀ, ਜਿਹਦੇ ਨਾਲ ਸੁਨਿਆਰਾ ਹਵਾ ਦਿੰਦਾ ਸੀ, ਅੱਗ ਬਾਲਦਾ ਸੀ, ਤੇ ਉਹਦੇ ਨਾਲ ਫਿਰ ਲੋਕ ਜਿਹੜਾ ਸਿਉਨਾ ਉਹ ਪਿਘਲਦਾ ਹੁੰਦਾ ਸੀ। ਹੁਣ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਦੇ ਡਰ ਦੀ ਖੱਲ ਦੀ ਧੌਕਣੀ ਬਣਾ ਲੈ। ਭਉ ਖੱਲਾ, ਭਉ ਕਹਿੰਦੇ ਨੇ ਡਰ, ਪ੍ਰਮਾਤਮਾ ਦਾ ਡਰ ਹੋਵੇ, ਉਹਦੀ ਖੱਲ ਬਣੀ ਹੋਵੇ। ਸੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੀ ਇਸ ਪਾਵਨ ਪੌੜੀ ਦੇ ਵਿੱਚ ਕਹਿੰਦੇ ਨੇ, ਜੇ ਤੂੰ ਧੌਕਣੀ ਬਣਾਉਣੀ ਹੈ ਨਾ, ਉਹ ਪ੍ਰਮਾਤਮਾ ਦੇ ਡਰ ਦੀ ਖੱਲ ਦੀ ਧੌਕਣੀ ਬਣਾ, ਅੱਗ ਨੂੰ ਬਲਦੀ ਰੱਖਣ ਵਾਸਤੇ। ਭਉ ਖੱਲਾ ਅਗਨ ਤਪ ਤਾਓ। ਜਿਹੜਾ ਤਪ ਹੈ, ਸਿਮਰਨ, ਅੰਮ੍ਰਿਤ ਵੇਲੇ ਜਾਗਣਾ, ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨੀ, ਜੋੜਿਆਂ ਦੀ ਸੇਵਾ ਕਰਨੀ, ਗੁਰੂ ਦੇ ਮਹਿਲਾਂ ਦੀ, ਮੰਦਰਾਂ ਦੀ, ਗੁਰਦੁਆਰਿਆਂ ਦੀ ਸੇਵਾ ਕਰਨੀ। ਇਹਨੂੰ ਤੂੰ ਤਪ ਨੂੰ ਬਣਾ ਲੈ ਅੱਗ। ਅਗਨ ਤਪ ਤਾਓ। ਤਪ ਨੂੰ ਅੱਗ ਬਣਾ ਲੈ, ਸੇਵਾ ਨੂੰ ਅੱਗ ਬਣਾ ਲੈ। ਔਰ ਇਹਦੇ ਵਿੱਚ ਤਪਾਉਣਾ ਕੀ ਹੈ? ਤੇਰੇ ਮਨ ਰੂਪੀ ਸਿਉਨੇ ਨੂੰ, ਜਿਹਨੂੰ ਤੂੰ ਘੜਨਾ ਚਾਹੁੰਦਾ, ਜਾਂ ਪ੍ਰਮਾਤਮਾ ਦੇ ਨਾਮ ਨੂੰ, ਜਿਹਨੂੰ ਤੂੰ ਆਪਣੇ ਅੰਦਰ ਢਾਲਣਾ ਚਾਹੁੰਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਭਉ ਖੱਲਾ
ਅਗਨ ਤਪ ਤਾਓ। ਭਾਉ ਦੀ ਖਲ ਜਿਹੜੀ ਹੈ ਨਾ ਉਹਨੂੰ ਧੋਕਣੀ ਬਣਾ ਲੈ ਔਰ ਤਪ ਨੂੰ ਅੱਗ ਬਣਾਉਣਾ ਕਰ। ਜਿਹੜਾ ਤਪ ਹੈ ਸੇਵਾ ਨੂੰ, ਸਿਮਰਨ ਨੂੰ, ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਇਹ ਵੀ ਤਪ ਹੈ। ਜੋੜਿਆਂ ਦੀ ਸੇਵਾ ਕਰਨਾ ਵੀ ਤਪ, ਬਰਤਨਾਂ ਦੀ ਸੇਵਾ ਕਰਨਾ ਵੀ ਤਪ, ਝਾੜੂ ਦੀ ਸੇਵਾ ਕਰਨਾ ਵੀ ਤਪ, ਗੁਰੂ ਦੇ ਮਹਿਲਾਂ ਮੰਦਰਾਂ ਦੀ ਸੇਵਾ ਕਰਨਾ ਵੀ ਤਪ। ਇਸ ਨੂੰ ਤਪ ਨੂੰ ਤੂੰ ਬਣਾ ਲੈ ਅੱਗ। ਫਿਰ ਇਹਦੇ ਵਿੱਚ ਘੜਨਾ ਕੀ ਹੈ? ਸਤਿਗੁਰੂ ਜੀ ਬਚਨ ਕਰਦੇ ਹਨ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਹੁਣ ਇੱਕ ਕੁਠਾਲੀ ਹੁੰਦੀ ਹੈ ਜਿਹਦੇ ਵਿੱਚ ਸਿਉਨੇ ਨੂੰ ਪਾ ਕੇ ਪਿਘਲਾਇਆ ਜਾਂਦਾ ਹੈ। ਉਹ ਭਾਂਡਾ ਛੋਟਾ ਜਿਹਾ ਮਿੱਟੀ ਦਾ, ਉਹਨੂੰ ਅਸੀਂ ਕੁਠਾਲੀ ਕਹਿੰਦੇ ਆ। ਸਤਿਗੁਰੂ ਜੀ ਕਹਿੰਦੇ ਉਹ ਭਾਂਡਾ ਪ੍ਰੇਮ ਦਾ ਹੋਵੇ। ਪਹਿਲਾਂ ਭਾਵ ਦੀ ਗੱਲ ਹੋਈ ਹੈ ਕਿ ਡਰ ਦੀ ਹੋਵੇ ਧੌਕਣੀ, ਪ੍ਰੇਮ ਦਾ ਹੋਵੇ ਭਾਂਡਾ ਔਰ ਉਹਦੇ ਵਿੱਚ ਅੰਮ੍ਰਿਤ ਪਾਇਆ ਜਾਏ। ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਉਹਦੇ ਵਿੱਚ ਅੰਮ੍ਰਿਤ ਪਾ ਕੇ ਉਹਨੂੰ ਪਿਘਲਾਉਣਾ ਕਰ। ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ, ਘੜੀਏ ਸ਼ਬਦ ਸੱਚੀ ਟਕਸਾਲ। ਸੋ ਇਸ ਤਰ੍ਹਾਂ ਸੱਚ ਦੀ ਟਕਸਾਲ ਦੇ ਵਿੱਚ ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ, ਆਪਣੀ ਬੁੱਧ ਨੂੰ, ਆਪਣੀ ਸੁਰਤ ਨੂੰ, ਇਹਨੂੰ ਘੜਦਾ ਕਰ। ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਗਹਿਣੇ ਬਣਾ ਲੈ ਚੰਗੀ ਤਰ੍ਹਾਂ ਘੜ ਕੇ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਘੜੀ ਹੋਵੇ ਨਾ ਉਹ ਚੰਗੀ ਲੱਗਦੀ ਹੈ। ਮਨ ਵੀ ਘੜਿਆ ਹੋਇਆ ਚੰਗਾ ਲੱਗਦਾ ਹੈ, ਤਨ ਵੀ ਘੜਿਆ ਹੋਇਆ ਚੰਗਾ ਲੱਗਦਾ ਹੈ, ਸੁਰਤ ਵੀ ਘੜੀ ਹੋਈ ਚੰਗੀ ਲੱਗਦੀ ਹੈ, ਲੋਹਾ ਵੀ ਘੜਿਆ ਹੋਇਆ ਚੰਗਾ ਲੱਗਦਾ ਹੈ, ਸਿਉਨਾ ਵੀ ਘੜਿਆ ਹੋਇਆ ਚੰਗਾ ਲੱਗਦਾ ਹੈ, ਪੱਥਰ ਵੀ ਘੜਿਆ ਹੋਇਆ ਚੰਗਾ ਲੱਗਦਾ ਹੈ। ਇਹਨਾਂ ਨੂੰ ਘੜਨਾ ਹੈ ਔਰ ਉਹਨੂੰ ਘੜਨ ਵਾਸਤੇ ਸੱਚ ਦੀ ਟਕਸਾਲ, ਸ਼ਬਦ ਦੀ ਟਕਸਾਲ ਦੇ ਨਾਲ, ਇਸ ਕਸਵੱਟੀ ਦੇ ਨਾਲ ਉਹਨੂੰ ਘੜਨਾ ਕਰ। ਜਿਨ ਕੋ ਨਦਰ ਕਰਮ ਤਿਨ ਕਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੋ ਜਾਂਦੀ ਹੈ ਉਹ ਇਹ ਕਰਮ ਕਰਦੇ ਨੇ। ਨਜ਼ਰੇ ਕਰਮ ਬਖਸ਼ਿਸ਼ ਜਿਨ੍ਹਾਂ ਦੇ ਉੱਤੇ ਹੋ ਜਾਏ ਉਹ ਘੜਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਮਤ ਨੂੰ, ਉਹ ਘੜਦੇ ਨੇ ਸੁਰਤ ਨੂੰ, ਉਹ ਘੜਦੇ ਨੇ ਆਪਣੀ ਬੁੱਧ ਨੂੰ। ਕੌਣ? ਜਿਨ੍ਹਾਂ ਦੇ ਉੱਤੇ ਮੇਰੇ ਵਾਹਿਗੁਰੂ ਦੀ ਨਜ਼ਰ ਹੋ ਜਾਏ। ਨਜ਼ਰ ਦੇ ਵਿੱਚ ਬੜੀ ਅਪਾਰ ਤਾਕਤ ਹੈ। ਨਜ਼ਰ ਦੇ ਵਿੱਚ ਆ ਗਿਆ ਮਨੁੱਖ ਆਰਿਆਂ ਨਾਲ ਚਿਰਵਾ ਲੈਂਦਾ ਹੈ, ਦੇਗਾਂ ਵਿੱਚੋਂ ਵਾਲੇ ਖਾ ਲੈਂਦਾ। ਉਹ ਕਹਿੰਦਾ ਬਸ ਜੋ ਮਰਜ਼ੀ ਕਰਦੇ, ਚੀਰ ਦੇ ਭਾਵੇਂ, ਪਰ ਪਿੰਜਰੇ ਵਿੱਚ ਬੈਠਾ ਮੇਰਾ ਸਤਿਗੁਰੂ ਮੈਨੂੰ ਵੇਖ ਰਿਹਾ ਹੋਵੇ, ਉਹਦੀ ਨਜ਼ਰ ਮੇਰੇ ਉੱਤੇ ਹੋਵੇ, ਭਾਵੇਂ 2 ਟੁਕੜਿਆਂ ਦੀ ਬਜਾਏ 4 ਕਰ ਦੇ। ਸਿੱਖ ਇਹੋ ਹੀ ਮੰਗ ਮੰਗਦੇ ਨੇ, ਵਾਹਿਗੁਰੂ ਤੂੰ ਮਿਹਰ ਭਰੀ ਨਜ਼ਰ ਕਰੀ। ਇਹੋ ਹੀ ਗੱਲ ਕਰਦੇ ਆ। ਪਰਮਾਤਮਾ ਦੀ ਮਿਹਰ ਭਰੀ ਨਜ਼ਰ ਦੇ ਵਿੱਚ ਜਿਹੜੀ ਤਾਕਤ ਹੈ ਨਾ ਸਾਧ ਸੰਗਤ ਜੀ, ਭਗਤ ਪੀਪਾ ਜੀ ਰਾਜਸਥਾਨ ਦੇ ਰਹਿਣ ਵਾਲੇ, ਇੱਕ ਰਾਜ ਘਰਾਣੇ ਦੇ ਵਿੱਚ ਜੰਮੇ ਹੋਏ ਇੱਕ ਰਾਜੇ, ਮਨ ਵਿੱਚ ਬੈਰਾਗ ਪੈਦਾ ਹੋ ਗਿਆ। ਮਨ ਵਿੱਚ ਬੈਰਾਗ ਪੈਦਾ ਹੋ ਗਿਆ, ਪਰਨ ਕਰ ਲਿਆ ਕਿ ਭਗਵਾਨ 15 ਦਿਨਾਂ ਦੇ ਵਿੱਚ ਦਰਸ਼ਨ ਦੇ ਦੇ। ਭਗਵਾਨ ਦੇ ਅੱਗੇ ਅਰਦਾਸ ਕਰ ਦਿੱਤੀ, ਹੈ ਨਿਰੰਕਾਰ 15 ਦਿਨਾਂ ਵਿੱਚ ਤੇਰੇ ਦਰਸ਼ਨ ਕਰਨੇ ਨੇ। ਜੇ ਤੂੰ 15 ਦਿਨਾਂ ਵਿੱਚ ਮੈਨੂੰ ਦਰਸ਼ਨ ਨਹੀਂ ਦਿੱਤੇ, ਇਹਨਾਂ ਅੱਖਾਂ ਨਾਲ ਮੈਂ ਸੰਸਾਰ ਵੀ ਨਹੀਂ ਵੇਖਣਾ, ਮੈਂ ਆਪਣੀਆਂ ਅੱਖਾਂ ਭੰਨ ਦੇਵਾਂਗਾ, ਤੋੜ ਫੇਰ ਦਾਂਗਾ ਇਹਨਾਂ ਅੱਖਾਂ ਦੇ ਵਿੱਚ। ਪਰਨ ਕਰ ਲਿਆ ਸਾਧ ਸੰਗਤ ਜੀ ਭਗਤ ਪੀਪੇ ਨੇ। ਚੌਕੜਾ ਮਾਰਿਆ, ਬੰਦਗੀ ਕਰ ਰਿਹਾ, ਰਾਜ ਭਾਗ ਛੱਡ ਦਿੱਤਾ, ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਚਿੱਤ ਜੋੜਿਆ ਹੋਇਆ ਹੈ। ਹੇ ਵਾਹਿਗੁਰੂ ਕਿਰਪਾ ਕਰਕੇ ਦਰਸ਼ਨ ਦੇ। ਹੈ ਤੇ ਹੱਠ ਪਰ ਨਾਲ ਪਿਆਰ ਵੀ ਹੈ, ਦਰਸ਼ਨ ਕਰਨੇ ਨੇ ਪ੍ਰਮਾਤਮਾ ਦੇ। ਹੱਠ ਕਰ ਬੈਠਿਆ ਕਿ ਅੱਖਾਂ ਵੀ ਭੰਨ ਦਾਂਗਾ ਜੇ 15 ਦਿਨਾਂ ਵਿੱਚ ਬਾਅਦ ਦਰਸ਼ਨ ਨਾ ਹੋਏ। ਚੌਕੜਾ ਮਾਰਿਆ, 1 ਦਿਨ ਬੀਤ ਗਿਆ, 2 ਦਿਨ ਬੀਤ ਗਏ, 15 ਦਿਨ ਵੀ ਬੀਤ ਗਏ। ਪੀਪੇ ਨੇ ਆਪਣੀਆਂ ਅੱਖਾਂ ਦੇ ਵਿੱਚ ਤੋੜ ਫੇਰ ਲਿਆ, ਤਾਰ ਫੇਰ ਲਈ, ਅੰਨਾ ਹੋ ਗਿਆ, ਡਿੱਗਦਾ ਫਿਰਦਾ ਟੋਇਆਂ ਵਿੱਚ, ਕਦੀ ਇੱਧਰ ਡਿੱਗਦਾ ਹੈ, ਕਦੀ ਉੱਧਰ ਡਿੱਗਦਾ ਹੈ, ਅੰਨਾ ਹੋ ਗਿਆ ਸਾਧ ਸੰਗਤ ਜੀ ਭਗਤ ਪੀਪਾ। ਨਾਰਦ ਨੇ ਭਗਵਾਨ ਨੂੰ ਕਿਹਾ, ਕਹਿੰਦਾ ਭਗਵਾਨ ਤੇਰਾ ਭਗਤ ਅੰਨਾ ਹੋ ਗਿਆ, ਤੈਨੂੰ ਉਹਦੇ ਉੱਤੇ ਤਰਸ ਨਹੀਂ ਆਉਂਦਾ? ਉਹਨੇ ਵਿਚਾਰੇ ਨੇ ਆਪਣੀਆਂ ਅੱਖਾਂ ਗਵਾ ਦਿੱਤੀਆਂ, ਤੂੰ ਉਹਨੂੰ ਦਰਸ਼ਨ ਨਹੀਂ ਦਿੰਦਾ। ਤਾਂ ਭਗਵਾਨ ਨੇ ਕਿਹਾ ਏਦਾਂ ਕਰ, ਆ ਇੱਕ ਬਾਲੂ ਦੀ ਕਰੇਤੇ ਦੀ ਮੁੱਠ ਲੈ ਜਾ, ਜਿਹੜਾ ਮੇਰਾ ਭਗਤ ਬੈਠਾ ਹੈ ਨਾ ਉਹਦੀ ਝੋਲੀ ਵਿੱਚ ਪਾ ਦੀ ਜਾ ਕੇ। ਰੇਤੇ ਦੀ ਮੁੱਠ ਭਰ ਕੇ ਭਗਵਾਨ ਨੇ ਫੜਾਈ ਨਾਰਦ ਨੂੰ। ਇਹ ਜਾ ਕੇ ਭਗਤ ਪੀਪੇ ਨੂੰ ਦੇ ਦੀ, ਉਹਨੂੰ ਆਖੀ ਕਿ ਇਹਦੇ ਕਿਣਕੇ ਗਿਣ ਲੈ ਕਿੰਨੇ ਨੇ, ਇੱਕ ਇੱਕ ਦਾਣਾ ਗਿਣ, ਇਹ ਰੇਤੇ ਦੇ ਬਾਲੂ ਦੇ ਕਿੰਨੇ ਕਿਣਕੇ ਨੇ। ਜੇ ਤੂੰ ਇੰਨੀ ਵਾਰੀ ਜਨਮ ਧਾਰੇ
ਇੰਨੀ ਵਾਰ ਆਪਣੀਆਂ ਅੱਖਾਂ ਭੰਨੇ, ਫਿਰ ਵੀ ਮੁਸ਼ਕਲ ਹੈ ਕਿ ਤੈਨੂੰ ਦਰਸ਼ਨ ਹੋਣ। ਫਿਰ ਵੀ ਔਖਾ ਹੈ ਦਰਸ਼ਨ ਹੋਣਾ। ਦਰਸ਼ਨ ਕਰਨੇ ਇੰਨੇ ਸੌਖੇ ਨਹੀਂ। ਅਸੀਂ ਤਾਂ ਆਉਂਦੇ ਹਾਂ ਜੀ, ਮੱਥਾ ਟੇਕਿਆ, ਦਰਸ਼ਨ ਹੋ ਗਏ। ਕਦੇ ਬਾਪੂ ਦੇ ਕੋਲ ਬੈਠ ਕੇ ਹੁਕਮਨਾਮਾ ਨਹੀਂ ਸੁਣਿਆ, ਗੁਰੂ ਦੀ ਵਿਚਾਰ ਨਹੀਂ ਸੁਣੀ। ਦੂਰੋਂ ਹੀ ਮੱਥਾ ਟੇਕ ਕੇ, ਸਤਿਗੁਰੂ ਕਹਿੰਦੇ ਜਿੰਨੇ ਵਾਰੀ ਮਰਜ਼ੀ ਆਈ ਜਾਓ, ਇਦਾਂ ਦਰਸ਼ਨ ਨਹੀਂ ਹੋਣੇ, ਭਾਵੇਂ 100 ਗੇੜਾ ਆਵੋ ਜਾਵੋ। ਜੇ ਪਿਓ ਦੇ ਕੋਲ ਬੈਠ ਕੇ ਗੱਲ ਹੀ ਨਹੀਂ ਕੀਤੀ ਤੇ ਬਾਪੂ ਨੇ ਕੀ ਕਰਨਾ? ਤੇਰੇ ਆਉਣ ਜਾਣ ਦਾ ਦੇਖ ਲਿਆ ਦੂਰੋਂ ਬਾਪੂ ਨੂੰ। ਸਤਿਗੁਰੂ ਦੇ ਦਰਸ਼ਨ ਕੀ ਨੇ? ਗੁਰੂ ਦੀ ਬਾਣੀ ਸੁਣਨੀ, ਗੁਰੂ ਦੀ ਬਾਣੀ ਵਿਚਾਰਨੀ, ਗੁਰੂ ਦੀ ਬਾਣੀ ਪੜ੍ਹਨੀ, ਇਹ ਗੁਰੂ ਦੇ ਦਰਸ਼ਨ ਨੇ। ਦੂਰੋਂ ਦੇਖ ਲੈਣਾ ਇਹ ਕੋਈ ਦਰਸ਼ਨ ਨਹੀਂ। ਭਗਤ ਪੀਪੇ ਨੇ ਦਰਸ਼ਨਾਂ ਦਾ ਵਰਣਨ ਕੀਤਾ। ਭਗਵਾਨ ਨੇ ਕਿਹਾ ਆ ਰੇਤੇ ਦੇ ਕਿਣਕੇ ਗਿਣ ਲੈ, ਇੰਨੇ ਵਾਰੀ ਜਨਮ ਧਾਰਨ ਕਰੀ, ਆਪਣੀਆਂ ਅੱਖਾਂ ਭੰਨੀ, ਫਿਰ ਵੀ ਮੁਸ਼ਕਲ ਹੈ ਕਿ ਦਰਸ਼ਨ ਹੋ ਜਾਣ, ਫਿਰ ਵੀ ਮੁਸ਼ਕਲ ਹੈ। ਨਾਰਦ ਕਹਿੰਦਾ ਮਹਾਰਾਜ ਉਹਨੇ ਵਿਚਾਰੇ ਨੇ ਆਪਣੀਆਂ ਅੱਖਾਂ ਭੰਨ ਲਈਆਂ ਤੁਹਾਡੇ ਦਰਸ਼ਨਾਂ ਦੀ ਖਾਤਰ। ਇਹ ਤੁਸੀਂ ਉਹਨੂੰ ਕੋਈ ਸਰਾਪ ਦੇ ਰਹੇ ਹੋ, ਕੋਈ ਸਜ਼ਾ ਦੇ ਰਹੇ ਹੋ? ਉਹ ਤਾਂ ਤੜਫ ਜਾਏਗਾ, ਉਹ ਤਾਂ ਪਾਗਲ ਹੋ ਜਾਏਗਾ ਇਹ ਗੱਲ ਸੁਣ ਕੇ, ਟੱਕਰਾਂ ਮਾਰੇਗਾ ਕੰਧਾਂ ਦੇ ਵਿੱਚ ਕਿ ਜਿਸ ਭਗਵਾਨ ਦੀ ਖਾਤਰ ਮੈਂ ਆਪਣੀਆਂ ਅੱਖਾਂ ਭੰਨ ਦਿੱਤੀਆਂ, ਉਹਨੇ ਮੈਨੂੰ ਐਡੀ ਵੱਡੀ ਸਜ਼ਾ ਦੇ ਦਿੱਤੀ। ਤਾਂ ਭਗਵਾਨ ਕਹਿੰਦਾ ਇੱਕ ਵਾਰੀ ਜਾ ਕੇ ਤਾਂ ਦੇਖ, ਪੁੱਛਦੇ ਸਹੀ ਉਹਦੇ ਕੋਲ ਉਹਦਾ ਕੀ ਜਵਾਬ ਹੈ। ਨਾਰਦ ਗਿਆ ਭਗਤ ਪੀਪੇ ਦੇ ਕੋਲੇ। ਭਗਤ ਜੀ ਝੋਲੀ ਕਰੋ, ਤੁਹਾਡੇ ਭਗਵਾਨ ਨੇ ਤੁਹਾਡੇ ਵਾਸਤੇ ਕੁਝ ਭੇਜਿਆ ਹੈ। ਭਗਤ ਪੀਪੇ ਨੇ ਝੋਲੀ ਕਰੀ, ਝੋਲੀ ਦੇ ਵਿੱਚ ਰੇਤਾ ਪਾ ਦਿੱਤਾ। ਨਾਰਦ ਨੇ ਪਿੱਛੇ ਜੇ ਹਟ ਕੇ ਡਰਦਾ ਡਰਦਾ ਕਹਿੰਦਾ ਭਗਵਾਨ ਨੇ ਇੱਕ ਸੁਨੇਹਾ ਲਾਇਆ, ਔਰ ਸੁਨੇਹਾ ਕੀ ਹੈ ਕਿ ਆਹ ਰੇਤੇ ਦਾ ਇੱਕ ਇੱਕ ਕਿਣਕਾ ਗਿਣ ਲੈ। ਜਿੰਨੇ ਇਹਦੇ ਕਿਣਕੇ ਨੇ ਨਾ ਰੇਤੇ ਦੇ, ਇੰਨੇ ਵਾਰੀ ਜਨਮ ਧਾਰੀ ਔਰ ਇੰਨੇ ਵਾਰੀ ਫਿਰ ਅੱਖਾਂ ਭੰਨੇ। ਭਗਵਾਨ ਨੇ ਕਿਹਾ ਫਿਰ ਵੀ ਮੁਸ਼ਕਲ ਹੈ ਕਿ ਤੈਨੂੰ ਦਰਸ਼ਨ ਹੋ ਜਾਣ। ਤੂੰ ਦਰਸ਼ਨਾਂ ਦੀ ਗੱਲ ਕਰਦਾ, ਪਰਨ ਕਰ ਲਿਆ, 15 ਦਿਨਾਂ 'ਚ ਦਰਸ਼ਨ ਹੋ ਜਾਣ। ਭਗਵਾਨ ਤਾਂ ਕਹਿੰਦਾ ਇੰਨੇ ਵਾਰੀ ਜਨਮ ਧਾਰ ਕੇ ਵੀ ਮੁਸ਼ਕਲ ਹੈ। ਰੇਤਾ ਸੁੱਟ ਦਿੱਤਾ। ਉਸੇ ਟਾਈਮ ਪੀਪੇ ਨੇ ਖਿੜਖੜਾ ਕੇ ਹੱਸਣ ਲੱਗ ਪਿਆ, ਪਾਗਲਾਂ ਦੀ ਤਰ੍ਹਾਂ ਨੱਚਣ ਲੱਗ ਪਿਆ। ਨਾਰਦ ਨੇ ਦੌੜ ਕੇ ਜਾ ਕੇ ਬਾਂਹ ਫੜੀ, ਦੇਖਿਆ ਕਿਤੇ ਪਾਗਲ ਤੇ ਨਹੀਂ ਹੋ ਗਿਆ। ਕਹਿੰਦਾ ਤੈਨੂੰ ਤਾਂ ਪਾਗਲ ਹੋ ਜਾਣਾ ਚਾਹੀਦਾ ਸੀ, ਤੈਨੂੰ ਤਾਂ ਟੱਕਰਾਂ ਮਾਰਨੀਆਂ ਚਾਹੀਦੀਆਂ ਸੀ, ਤੈਨੂੰ ਤੇ ਰੋਣਾ ਚਾਹੀਦਾ ਸੀ, ਪਰ ਤੂੰ ਤੇ ਹੱਸ ਰਿਹਾ ਖਿੜਖੜਾ ਕੇ। ਭਗਵਾਨ ਨੇ ਤੈਨੂੰ ਐਡੀ ਵੱਡੀ ਸਜ਼ਾ ਦੇ ਦਿੱਤੀ, ਇੰਨੇ ਵਾਰੀ ਜਨਮ ਧਾਰ, ਫਿਰ ਅੱਖਾਂ ਭੰਨ, ਫਿਰ ਤੈਨੂੰ ਦਰਸ਼ਨ ਹੋਣੇ, ਫਿਰ ਵੀ ਮੁਸ਼ਕਲ ਨੇ, ਤੂੰ ਹੱਸ ਰਿਹਾ। ਪੀਪਾ ਕਹਿੰਦਾ ਮੈਂ ਇਸ ਗੱਲ ਤੋਂ ਨਹੀਂ ਹੱਸ ਰਿਹਾ ਕਿ ਮੈਂ ਅੱਖਾਂ ਕਿਉਂ ਭੰਨੀਆਂ ਨੇ, ਮੈਂ ਤਾਂ ਇਸ ਗੱਲ ਤੋਂ ਹੱਸ ਰਿਹਾ, ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਆਪਣੇ ਭਗਵਾਨ ਦੀ ਨਜ਼ਰ ਵਿੱਚ ਤੇ ਆ ਗਿਆ। ਉਹਦੀ ਨਜ਼ਰ ਦੇ ਵਿੱਚ ਆਉਣਾ ਹੀ ਬਹੁਤ ਵੱਡੀ ਗੱਲ ਹੈ। ਉਹਦੀ ਨਜ਼ਰ ਹੀ ਹੋ ਗਈ ਨਾ ਮੇਰੇ ਉੱਤੇ ਕਿ ਕੋਈ ਉਹਨੂੰ ਜਪ ਰਿਹਾ, ਕੋਈ ਉਹਨੂੰ ਯਾਦ ਕਰ ਰਿਹਾ, ਕੋਈ ਉਹਦੇ ਵਾਸਤੇ ਅੱਖਾਂ ਭੰਨ ਰਿਹਾ ਹੈ। ਉਹਦੀ ਨਜ਼ਰ ਦੇ ਵਿੱਚ ਆ ਜਾਣਾ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹਦੀ ਨਜ਼ਰ ਜਿਹਦੇ ਉੱਤੇ ਹੋ ਜਾਵੇ, ਸਤਿਗੁਰੂ ਜੀ ਕਹਿੰਦੇ ਉਹ ਆਪਣੇ ਆਪ ਨੂੰ ਘੜ ਲੈਂਦਾ ਹੈ, ਆਪਣੀ ਮੱਤ ਘੜਦਾ ਹੈ, ਆਪਣੀ ਸੁਰਤ ਘੜਦਾ ਹੈ, ਮਨ ਨੂੰ ਘੜਦਾ ਹੈ। ਪਰ ਕੌਣ? ਜਿਨ ਕੋ ਨਦਰ ਕਰਮ ਤਿਨ ਕਾਰ। ਇਹ ਕਰਮ ਉਹ ਕਰਦਾ ਜਿਨ੍ਹਾਂ ਦੇ ਉੱਤੇ ਨਜ਼ਰ ਹੋ ਜਾਵੇ ਮੇਰੇ ਗੁਰੂ ਦੀ, ਪਰਮਾਤਮਾ ਦੀ ਨਜ਼ਰ ਹੋ ਗਈ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਔਰ ਗੁਰੂ ਦੀ ਨਜ਼ਰ ਹੀ ਕਾਫੀ ਹੈ ਸਿੱਖ ਨੂੰ ਨਿਹਾਲ ਕਰਨ ਵਾਸਤੇ, ਹੋਰ ਕੁਝ ਕਰਨ ਦੀ ਲੋੜ ਨਹੀਂ। ਲੰਮੀ ਨਜ਼ਰ ਹੋਵੇ ਨਾ ਜਿਹਦੇ ਉੱਤੇ, ਗੁਰੂ ਦੀ ਮਿਹਰ ਭਰੀ ਨਜ਼ਰ ਹੋ ਜਾਏ। ਜਦੋਂ ਉਹਦੀ ਮਿਹਰ ਭਰੀ ਨਜ਼ਰ ਹੋ ਗਈ ਤਾਂ ਉਹ ਸਿੱਖ ਨਦਰੀ ਨਦਰ ਨਿਹਾਲ ਹੋ ਜਾਂਦਾ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਉਹਦੇ ਵਿੱਚ ਲੀਨ ਹੋ ਜਾਂਦਾ ਹੈ। ਉਹਦਾ ਮਨ ਅੰਮ੍ਰਿਤ ਬਣ ਜਾਂਦਾ ਹੈ। ਉਹਦਾ ਜਿਹੜਾ ਸਰੀਰ, ਜਿਹਨੂੰ ਅਸੀਂ ਪੰਜ ਭੌਤਿਕ ਸਰੀਰ ਕਰਦੇ ਹਾਂ, ਕਹਿੰਦੇ ਹਾਂ, ਇਹ ਪਰਮਾਤਮਾ ਦਾ ਦਰ ਬਣ ਜਾਂਦਾ ਹੈ, ਉਹਦਾ ਘਰ ਬਣ ਜਾਂਦਾ ਹੈ। ਇਸੇ ਨੂੰ ਉਹ ਸੱਚਖੰਡ ਕਹਿੰਦਾ ਹੈ। ਔਰ ਇਸੇ ਸੱਚਖੰਡ ਦੇ ਵਿੱਚ ਵਸਦਾ ਨਿਰੰਕਾਰ। ਸੱਚਖੰਡ ਵਸੈ ਨਿਰੰਕਾਰ। ਪਰ ਇਹ ਉਹਨਾਂ ਦੇ ਵਾਸਤੇ ਹੈ ਸਾਧ ਸੰਗ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਦੇ ਉੱਤੇ ਇਹ ਨਜ਼ਰ ਹੋ ਜਾਂਦੀ ਹੈ। ਨਦਰ ਹੋਣ ਦੇ ਨਾਲ ਹੀ ਮਨੁੱਖ ਨਿਹਾਲ ਹੁੰਦਾ ਹੈ। ਨਦਰ ਤੋਂ ਬਿਨਾਂ ਪੈਸਾ ਜਿੰਨਾ ਮਰਜ਼ੀ ਆ ਜਾਏ, ਦੌਲਤ ਜਿੰਨੀ ਮਰਜ਼ੀ ਆ ਜਾਏ, ਕੋਈ ਨਿਹਾਲ ਥੋੜੀ ਹੁੰਦਾ। ਦੌਲਤ ਤਾਂ ਪਈ ਰਹਿ ਜਾਂਦੀ ਹੈ, ਪਦਾਰਥ ਤਾਂ ਪਏ ਰਹਿ ਜਾਂਦੇ ਨੇ, ਨਿਹਾਲ ਨਹੀਂ ਹੁੰਦਾ। ਨਿਹਾਲ ਉਸ ਦਿਨ ਹੁੰਦਾ ਜਦੋਂ ਉਹਦੀ ਨਜ਼ਰ ਹੋ ਜਾਵੇ, ਜਿਸ ਦਿਨ ਉਹਦੀ ਬਖਸ਼ਿਸ਼ ਹੋ ਗਈ,
ਜਦੋਂ ਉਹਦੀ ਮਿਹਰ ਹੋ ਗਈ ਉਦੋਂ ਹੁੰਦਾ ਨਾਨਕ ਨਦਰੀ ਨਦਰ ਨਿਹਾਲ। ਉਹ ਨਿਹਾਲ ਹੁੰਦਾ, ਉਹਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਇਹ ਜਿਹੜੀ 38ਵੀਂ ਪੌੜੀ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤੀ ਹੈ ਸਾਧ ਸੰਗਤ ਜੀ, ਸਾਡਾ ਜੀਵਨ ਘੜਦੀ ਹੈ। ਸਾਨੂੰ ਕਹਿੰਦੀ ਹੈ ਕਿ ਸਿੱਖਾ ਜੱਤ ਦੀ ਦੁਕਾਨ ਬਣਾ ਲੈ, ਆਪਣੇ ਕਿਰਦਾਰ ਨੂੰ ਉੱਚਾ ਲੈ ਜਾ, ਤੇਰਾ ਕਿਰਦਾਰ ਬੜਾ ਉੱਚਾ ਹੋਵੇ, ਤੇਰਾ ਜੀਵਨ ਬੜਾ ਉੱਚਾ ਹੋਵੇ, ਤੇਰਾ ਕਰੈਕਟਰ ਬਹੁਤ ਸੁੱਚਾ ਹੋਣਾ ਚਾਹੀਦਾ। ਐਦਾਂ ਦੀ ਦੁਕਾਨ ਬਣਾ। ਔਰ ਉਸ ਦੁਕਾਨ ਦੇ ਵਿੱਚ ਜਿਹੜੇ ਗਹਿਣੇ ਘੜ ਕੇ ਰੱਖਣੇ ਨੇ ਨਾ, ਮਤ ਨੂੰ ਘੜ, ਸੁਰਤ ਨੂੰ ਘੜ, ਮਨ ਨੂੰ ਘੜ, ਬੁੱਧੀ ਨੂੰ ਘੜ, ਔਰ ਇਹਨਾਂ ਨੂੰ ਸਜਾ ਕੇ ਰੱਖ ਦੁਕਾਨ ਦੇ ਵਿੱਚ। ਜਦੋਂ ਤੂੰ ਜੱਤ ਦੀ ਦੁਕਾਨ ਬਣਾ ਕੇ ਇੱਥੇ ਘੜ ਕੇ ਮਨ, ਮਤ, ਬੁੱਧ, ਸੁਰਤ ਨੂੰ ਰੱਖੇਗਾ, ਇਹ ਬੜੇ ਸੋਹਣੇ ਲੱਗਣਗੇ। ਔਰ ਅਸਲ ਵਿੱਚ ਸੋਹਣੇ ਹੀ ਉਹਨਾਂ ਨੂੰ ਗੁਰਬਾਣੀ ਨੇ ਮੰਨਿਆ ਜਿਨ੍ਹਾਂ ਨੇ ਆਪਣੇ ਮਨ ਨੂੰ ਘੜਿਆ। ਔਰ ਜਿਹੜੀ ਸੇਵਾ ਇਹਨੂੰ ਤਪ ਬਣਾ ਲੈ, ਇਹ ਤਪ ਜਿਹੜਾ ਅੱਗ ਬਣ ਜਾਏ। ਔਰ ਨਦਰ ਉਹਨਾਂ ਦੇ ਉੱਤੇ ਹੁੰਦੀ ਹੈ ਜਿਨ੍ਹਾਂ ਦੇ ਉੱਤੇ ਜਿਹੜੇ ਆਪਣੇ ਸਿਮਰਨ ਨੂੰ, ਸੇਵਾ ਨੂੰ ਤਪ ਬਣਾ ਲੈਣ। ਧੰਨ ਸ੍ਰੀ ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸੰਤੋਖ ਸਰ ਸਰੋਵਰ ਦੀ ਸੇਵਾ ਕਰਾ ਰਹੇ ਸੀ ਨਾ ਅੰਮ੍ਰਿਤਸਰ ਦੇ ਵਿੱਚ, ਸਿੱਖਾਂ ਨੂੰ ਸਤਿਗੁਰੂ ਜੀ ਨੇ ਹੁਕਮ ਦੇ ਦਿੱਤਾ ਕਿ ਇਹਨੂੰ ਇੰਨਾ ਕੁ ਡੂੰਘਾ ਪੁੱਟ ਦਿਓ, ਜਦੋਂ ਤੱਕ ਅਸੀਂ ਤੁਹਾਨੂੰ ਰੋਕੀਏ ਨਾ ਰੁਕਣਾ ਨਹੀਂ। ਲਗਾਤਾਰ ਪੁੱਟਦੇ ਗਏ, ਬਹੁਤ ਡੂੰਘਾ ਸਰੋਵਰ ਪੁੱਟਿਆ ਗਿਆ। ਬਾਬਾ ਬੁੱਢਾ ਜੀ ਆਦਿਕ ਸਿੱਖ ਹੈਰਾਨ ਸੀ ਕਿ ਸਤਿਗੁਰੂ ਜੀ ਸਾਨੂੰ ਰੋਕਦੇ ਕਿਉਂ ਨਹੀਂ ਸਰੋਵਰ ਪੁੱਟਣ ਤੋਂ, ਇੰਨਾ ਡੂੰਘਾ ਪੁੱਟ ਕੇ ਕੀ ਕਰਨਾ। ਅਖੀਰ ਪੁੱਟਦਿਆਂ ਜ਼ਮੀਨ ਦੇ ਵਿੱਚ ਇੱਕ ਬਹੁਤ ਵੱਡਾ ਪੱਥਰ ਦੀ ਇੱਕ ਸਿਲਾ ਨਿਕਲੀ। ਉਹ ਪੱਥਰ ਨਿਕਲਿਆ ਜਿਵੇਂ ਕੋਈ ਸਿਲਾ ਨਹੀਂ ਹੁੰਦੀ ਪੱਥਰ ਦੀ, ਐਦਾਂ ਦਾ। ਪਰ ਹੈਰਾਨ ਹੋ ਗਏ ਸਿੱਖ ਦੇਖ ਕੇ ਕਿ ਉਸ ਸਿਲਾ ਨੂੰ ਇੱਕ ਦਰਵਾਜ਼ਾ ਲੱਗਿਆ ਹੋਇਆ ਹੈ। ਉਹ ਪੱਥਰ ਨੂੰ ਇੱਕ ਦਰਵਾਜ਼ਾ, ਉਹ ਵੀ ਪੱਥਰ ਦਾ ਗੇਟ ਲੱਗਿਆ ਹੈ। ਔਰ ਹੈਰਾਨਗੀ ਉਦੋਂ ਹੋ ਗਈ ਕਿ ਉਹ ਦਰਵਾਜ਼ਾ ਕਿਸੇ ਨੇ ਅੰਦਰੋਂ ਬੰਦ ਕੀਤਾ ਹੋਇਆ ਹੈ। ਸਿਲਾ ਪਤਾਲ ਵਿੱਚੋਂ ਨਿਕਲੀ, ਪੱਥਰ ਦੀ ਸਿਲਾ, ਔਰ ਉਹਨੂੰ ਲੱਗਿਆ ਹੋਇਆ ਪੱਥਰ ਦਾ ਦਰਵਾਜ਼ਾ, ਔਰ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੈ। ਦੌੜ ਕੇ ਗਏ ਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ। ਸੱਚੇ ਪਾਤਸ਼ਾਹ, ਤਲਾਅ ਦੀ ਸੇਵਾ ਕਰਦਿਆਂ ਪੁੱਟਦਿਆਂ ਪਤਾਲ ਦੇ ਵਿੱਚੋਂ ਇੱਕ ਸਿਲਾ ਨਿਕਲੀ ਹੈ, ਸਰੋਵਰ ਦੇ ਵਿੱਚ ਪਈ ਹੈ, ਬਹੁਤ ਵੱਡਾ ਪੱਥਰ ਹੈ, ਔਰ ਉਹਨੂੰ ਇੱਕ ਦਰਵਾਜ਼ਾ ਲੱਗਿਆ ਹੈ। ਸਤਿਗੁਰੂ ਜੀ ਉਹ ਦਰਵਾਜ਼ਾ ਕਿਸੇ ਨੇ ਅੰਦਰੋਂ ਬੰਦ ਕੀਤਾ ਹੋਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਆਏ, ਦਰਵਾਜ਼ਾ ਤੋੜਿਆ। ਕੀ ਵੇਖਦੇ ਨੇ ਕਿ ਅੰਦਰ ਇੱਕ ਜੋਗੀ ਚੌਕੜਾ ਮਾਰ ਕੇ ਧਿਆਨ ਲਾ ਕੇ ਬੈਠਾ, ਮਿੱਟੀ ਜੰਮੀ ਹੈ ਸਰੀਰ ਦੇ ਉੱਤੇ, ਚੌਕੜਾ ਮਾਰਿਆ ਜੋਗੀ ਨੇ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਨੂੰ ਸਾਫ਼ ਕਰੋ, ਇਸ਼ਨਾਨ ਕਰਾਓ। ਉਹ ਜੋਗੀ ਨੂੰ ਇਸ਼ਨਾਨ ਕਰਾਇਆ। ਹਜੇ ਵੀ ਉਹਦਾ ਧਿਆਨ 10ਵੇਂ ਦੁਆਰ ਵਿੱਚ ਸਵਾਸ ਚੜੇ ਨੇ। ਪ੍ਰਮਾਤਮਾ ਦੇ ਚਰਨਾਂ ਨਾਲ ਜੁੜੀ ਹੋਈ ਰੂਹ ਉਸੇ ਤਰ੍ਹਾਂ ਹੀ ਬੈਠੀ ਹੋਈ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੋਗ ਦੇ ਜਾਣੂ ਸਨ। ਉਹਨਾਂ ਨੇ ਕੁਝ ਨਸਾਂ ਦੀ ਮਾਲਸ਼ ਕੀਤੀ। ਜੋਗੀ ਨੂੰ ਹੋਸ਼ ਆਇਆ, ਉਹਦੇ ਸਵਾਸ ਵਾਪਸ ਆਏ। ਜਿਉਂ ਹੀ ਜੋਗੀ ਨੇ ਅੱਖਾਂ ਖੋਲੀਆਂ, ਕਿੱਡੇ ਚੰਗੇ ਭਾਗ ਹੋਣਗੇ ਜਿਹਨੂੰ ਨੇਤਰ ਖੋਲਦੇ ਆ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ 5ਵੀਂ ਜੋਤ ਦੇ ਦਰਸ਼ਨ ਹੋ ਗਏ। ਜੋਗੀ ਨੇ ਨੇਤਰ ਖੋਲੇ, ਨੇਤਰ ਖੋਲ ਕੇ ਪੁੱਛਦਾ, ਸਤਿਗੁਰੂ ਜੀ ਯੁੱਗ ਕਿਹੜਾ ਚੱਲ ਰਿਹਾ? ਸਨ ਨਹੀਂ ਪੁੱਛਿਆ, ਤਰੀਕ ਨਹੀਂ ਪੁੱਛੀ, ਸਿੱਧਾ ਹੀ ਸਵਾਲ, ਪਾਤਸ਼ਾਹ ਯੁੱਗ ਕਿਹੜਾ ਚੱਲ ਰਿਹਾ ਹੈ? ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜੋਗੀ ਆ ਜਿਹੜਾ ਯੁੱਗ ਚੱਲ ਰਿਹਾ ਕਲ ਯੁੱਗ ਦਾ ਹੈ। ਨੇਤਰਾਂ ਵਿੱਚੋਂ ਪਾਣੀ ਆ ਗਿਆ। ਮਹਾਰਾਜ 4 ਯੁੱਗ ਹੋ ਗਏ ਬੈਠੇ ਨੂੰ, ਸਾਧਨਾ ਦੇ ਵਿੱਚ ਬੈਠੇ ਨੂੰ, ਧਿਆਨ ਜੋੜੇ ਹੋਏ ਨੂੰ। 4 ਯੁੱਗ ਹੋ ਗਏ, ਹਜੇ ਤੱਕ ਦਰਸ਼ਨ ਨਹੀਂ ਹੋਏ, ਹਜੇ ਤੱਕ ਉਹਦੀ ਨਜ਼ਰ ਨਹੀਂ ਹੋਈ। ਪਾਣੀ ਅੱਖਾਂ ਵਿੱਚੋਂ ਆਇਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸੰਤੋਖੇ ਜੋਗੀ ਇਹ ਕਲ ਯੁੱਗ ਹੈ। ਇੱਥੇ ਕੱਲਾ ਧਿਆਨ ਜੋੜਨ ਦੇ ਨਾਲ, ਚੌਕੜੇ ਮਾਰਨ ਨਾਲ ਰੱਬ ਨੇ ਨਹੀਂ ਮਿਲਣਾ। ਫਿਰ ਮਹਾਰਾਜ ਕਿੱਦਾਂ ਮਿਲਣਾ ਹੈ? ਸਤਿਗੁਰੂ ਜੀ ਕਹਿੰਦੇ, ਹੁਣ ਦੋਨੋਂ ਕੰਮ ਕਰਨੇ ਪੈਣਗੇ। ਚੌਕੜਾ ਵੀ ਮਾਰਨਾ ਪੈਣਾ, ਝਾੜੂ ਵੀ ਫੜਨਾ ਪੈਣਾ। ਇੱਥੇ ਸੇਵਾ ਤੇ ਸਿਮਰਨ ਦੋਨੋਂ ਕਰਮ ਕਰਨੇ ਪੈਣੇ ਨੇ। ਸਾਧ ਸੰਗਤ ਜੀ, ਦੋਨੋਂ ਕਰਮ ਜਿਹੜੇ ਗੁਰਮਤਿ ਵਿੱਚ ਪ੍ਰਧਾਨ ਨੇ, ਹੋਰ ਕਿਤੇ ਪ੍ਰਧਾਨ ਨਹੀਂ। ਪਰਮਾਤਮਾ ਨੂੰ ਮਿਲਣ ਦਾ ਰਸਤਾ, ਰੱਬ ਨੂੰ ਮਿਲਣ ਵਾਸਤੇ ਇਹ ਦੋਨੇ ਕਰਮਾਂ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਸੇਵਾ ਤੇ ਸਿਮਰਨ ਨੂੰ।
पर ये दोनों ही जिहड़े कर्म ने ना अलग अलग रहे ने शुरू तो लैके हुण तक। जे कोई तप करदा सी ना उन्हें कदी सिमरन नहीं कीता, जिहड़ा झाड़ू मारदा सी उन्हें कदी किसी नूं पानी, उन्हें जिहड़ा पानी पिलाउंदा सी जां झाड़ू मारदा सी उन्हें कदी चौकड़ा मार के रब नूं चेते नहीं कीता, और जिहड़ा चौकड़ी मार के सिमरन करदा सी उन्हें कदे किसी नूं पानी नहीं सी पिलाया। अड्डो अड्ड कर्म अड्डो अड्ड बंदा करदा सी, एक कल्ला तप करदा है, एक कल्ला सिमरन करदा है। पर गुरु नानक पातशाह जी के घर की वडियाई इत्थे दोनों कर्म प्रधान ने। इसे करके असीं पुरातन मंदिरां दे उत्ते धार्मिक स्थानां दे उत्ते जाइए ना, किसी की निंदिया नहीं, कई जगह के उत्ते कल्ले भंडारे चल रहे होंदे ने, लंगर चल रहा होंदा है, पर उत्थे रब दे नां दी कोई गल नहीं हुंदी। उत्थे कोई वेद पाठ नहीं, कोई सिमर नहीं, कोई जप नहीं, सिर्फ तप उत्थे सेवा हो रही है। पर कई जगह के उत्ते वेदां दे पाठ हो रहे ने, एक दिन तो नहीं कई दिनों तो लगातार जप हो रहे ने, जप चल रहे ने, पर उत्थे किसी नूं पानी का गिलास नहीं पुछया जाता, रोटी नहीं पुछी जाती। उत्थे जाण वाले नूं जोड़ियां दी चिंता पै जाती है कि जे मैं अंदर चला गया मेरे जोड़े ना कोई चुक के ले जाए। ये गुरु नानक के घर की वडियाई है। गुरु नानक ने दोनों कर्मां नूं प्रधान रखिया और इक्को जगह के उत्ते इकट्ठे कर दिता। इत्थे आउण वाले नूं चौकड़ा मार के जपजी साहब का पाठ करन दा टाइम भी मिलता है और उन्होंने झाड़ू की सेवा करन दा मौका भी मिलता है। इत्थे आउण वाले नूं सुखमनी साहिब जी के पाठ करन दा समा भी मिलता है। इत्थे आउण वाले नूं लंगर दे विच प्रशादे पकाउण दी सेवा भी मिलती है। इत्थे आउण वाला जिथे मूल मंत्र का जाप करदा है, उत्थे लंगरां दे विच प्रशादे पकाउण दी, भांडे मांजण दी, भाव उहनूं सेवा भी मिलती है। ये दोनों कर्म जिहड़े ने गुरमत विच प्रधान ने, होर किते नहीं। जोगी नूं गुरु अर्जन देव जी महाराज कहंदे, जोगी जे तू मुक्त होना चाहुंदा है, जे परमात्मा दे दर्शन करने चाहुंदा है, हुण कलियां समाधियां ला के नहीं काम चलना, हुण ते ओहदे प्रेमियां नाल, ओहदे बंदियां दे नाल प्रेम भी करना पैना है, सेवा भी करनी पैनी है। जिन्हां दी सेवा करेगा उन्हां नूं भी हाज़र नाज़र परमात्मा दा रूप जान के उन्हां दे जोड़ियां दी सेवा। गुरु अर्जन देव जी महाराज जी ने आप सेवा की। साध संगत जी बड़ी दूरों संगत आई, पेशावर की संगत दर्शन करने वास्ते आई है। पहली बार जदों गुरु अर्जन देव जी महाराज गुरगद्दी के उत्ते विराजमान होए ने, गुरु रामदास पातशाह ज्योति जोत समा गए। उन्हां संगतां ने गुरु अर्जन देव जी महाराज जी के दर्शन नहीं सन कीते। संगत बड़ी दूरों आई, शाम का टाइम, संध्या का समा। पता लग्या गुरु अर्जन देव जी महाराज जी नूं भाई गुरदास जी, बाबा बुढ़ा आदिक सिखा ने आके दस्या, सतगुरु जी संगत बड़ी दूरों आई है पेशावर तो। सतगुरु जी कहते उन्हों का टिकाणा पिपली साहब गुरुद्वारे विच बना दो। पिपली साहब उन्हों का टिकाणा रहैश का प्रबंध करो और उन्होंने कह दिओ कि कल नूं सवेरे तुहानूं दर्शन होणगे। साध संगत जी रात का टाइम, संगतां थकियां होइयां दूरों आईयां ने। जगत माता माता गंगा जी नूं धन गुरु अर्जन देव जी महाराज कहते, गंगा मेरा दिल करदा गुरु नानक दे सिख आए ने एडी दूरों, आपां उन्हां दी जाके सेवा करिए। जगत माता गंगा जी ने सिर दे उत्ते प्रशादियां वाला टोकरा चुकिया। धन श्री गुरु अर्जन देव जी महाराज जी ने दाल वाला बाल्टा चुकिया। उस जगह ते पहुंच गए पिपली साहब, जिथे गुरु की संगतां आराम कर रही ने। धन श्री गुरु अर्जन देव जी महाराज संगतां नूं पखा झल रहे ने, माता गंगा जी प्रशादा छक रहे ने, छका रहे ने संगतां नूं। गुरु अर्जन देव जी महाराज पखा झलदे ने, माता जी प्रशादे छका रहे ने। फिर सारियां दे बर्तन इकट्ठे करके धन श्री गुरु अर्जन देव जी महाराज अते माता गंगा जी ने उन्हां बर्तनां दी सेवा की। साध संगत जी अमृत वेला होया, कुछ बजुर्ग सन, उन्हां दियां लट्टां भी गुरु अर्जन देव जी महाराज जी ने कुटियां, चरण भी कुटे। हुण जदों सारे आराम करन लगे, अमृत वेले गुरु अर्जन देव जी महाराज फिर पहुंच गए अगे। संगतां हरमंदर साहब दे विच जाके गुरु अर्जन देव जी महाराज जी दे दर्शन करन वास्ते उतावलियां सन। हर एक सिख चाहुंदा सी गुरु अर्जन देव जी महाराज जी दी मेहर भरी नज़र मेरे उत्ते पवे। इसलिए उन्होंने मन में डर कि जे आप जोड़ियां दे कोल कौन खड़ेगा, जे आप सारे दर्शन करन चले गए किते कोई जोड़े ना चुक के ले जाए, जोड़ियां की सेवा कौन करेगा। वो कहता सी मैं पहला जाके दर्शन करा।
ਉਹ ਕਹਿੰਦਾ ਸੀ ਮੈਂ ਪਹਿਲਾਂ ਜਾ ਕੇ ਦਰਸ਼ਨ ਕਰ ਲਵਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪਿਆਰਿਓ ਚਿੰਤਾ ਕਿਉਂ ਕਰਦੇ ਹੋ, ਤੁਹਾਡੇ ਜੋੜਿਆਂ ਦੀ ਸੇਵਾ ਕਰਨ ਵਾਸਤੇ ਤੁਹਾਡਾ ਦਾਸ ਖੜਾ ਹੈ। ਸਿਰ ਦੇ ਉੱਤੇ ਮੰਡਾਸਾ ਮਾਰਿਆ, ਭੇਸ਼ ਬਦਲਿਆ ਹੋਇਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਸਿੱਖਾਂ ਨੂੰ ਹੁਕਮ ਸੀ ਕਿ ਕੋਈ ਦੱਸਿਓ ਨਾ ਇਹਨਾਂ ਨੂੰ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਕੌਣ ਨੇ। ਸਾਰੇ ਸਿੱਖ ਜੋੜੇ ਉਤਾਰ ਕੇ ਹਰਿਮੰਦਰ ਸਾਹਿਬ ਵਿੱਚ ਦਰਸ਼ਨ ਕਰਨ ਵਾਸਤੇ ਚਲੇ ਗਏ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣਾ ਸਾਫਾ ਲਿਆ, ਇੱਕ ਇੱਕ ਜੋੜੇ ਨੂੰ ਚੁੱਕ ਕੇ ਆਪਣੇ ਮਸਤਕ ਨਾਲ ਲਾਉਂਦੇ ਨੇ, ਫਿਰ ਉਹਨਾਂ ਨੂੰ ਝਾੜ ਕੇ ਸਜਾ ਕੇ ਦੂਜੇ ਪਾਸੇ ਰੱਖ ਦਿੰਦੇ ਨੇ। ਅੰਦਰ ਜਾ ਕੇ ਸੰਗਤਾਂ ਨੇ ਵੇਖਿਆ ਸਿੰਘਾਸਣ ਖਾਲੀ ਪਿਆ। ਗੁਰਸਿੱਖਾਂ ਦੀਆਂ ਅੱਖਾਂ ਵਿੱਚ ਬੈਰਾਗ ਦਾ ਜਲ, ਪਤਾ ਨਹੀਂ ਸਾਡੇ ਕੋਲੋਂ ਕਿਹੜੀ ਗਲਤੀ ਹੋ ਗਈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਾਤੀ ਵੀ ਦਰਸ਼ਨ ਨਹੀਂ ਦਿੱਤੇ, ਔਰ ਹੁਣ ਵੀ ਸਿੰਘਾਸਣ ਖਾਲੀ ਪਿਆ, ਹੁਣ ਵੀ ਦਰਸ਼ਨ ਨਹੀਂ ਦਿੱਤੇ। ਪਤਾ ਨਹੀਂ ਸਾਡੇ ਕੋਲੋਂ ਕਿਹੜੀ ਗੁਸਤਾਖੀ ਹੋ ਗਈ ਹੈ। ਅੱਖਾਂ ਵਿੱਚ ਸਿੱਖਾਂ ਦੇ ਪਾਣੀ ਆ ਗਿਆ। ਬਾਬਾ ਬੁੱਢਾ ਜੀ ਕੋਲੋਂ ਬਰਦਾਸ਼ਤ ਨਹੀਂ ਹੋਇਆ। ਉਹ ਕਹਿਣ ਲੱਗੇ, ਸਿੱਖੋ ਕਿਉਂ ਅੱਖਾਂ ਦੇ ਵਿੱਚੋਂ ਪਾਣੀ ਬਹਾ ਰਹੇ ਹੋ? ਜਿਹਨੂੰ ਜੋੜਿਆਂ ਵਿੱਚ ਖੜਾ ਕੇ ਆਇਓ ਉਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਉਹਨੇ ਤਾਂ ਤੁਹਾਨੂੰ ਰਾਤੀ ਹੀ ਦਰਸ਼ਨ ਦੇ ਦਿੱਤੇ। ਜਿਹੜੇ ਸਾਰੀ ਰਾਤ ਤੁਹਾਡੀ ਸੇਵਾ ਕਰਦੇ ਨੇ ਉਹੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਦੌੜ ਕੇ ਆਏ, ਦੇਖਿਆ ਸਤਿਗੁਰੂ ਜੀ ਜੋੜੇ ਸਾਫ਼ ਕਰ ਰਹੇ ਨੇ। ਚਰਨ ਫੜ ਲਿਆ ਕਿ ਪਾਤਸ਼ਾਹ ਤੁਸੀਂ ਸਾਡੇ ਜੋੜੇ ਸਾਫ਼ ਕਰ ਰਹੇ ਹੋ, ਐਡਾ ਵੱਡਾ ਪਾਪ ਸਾਡੇ ਸਿਰ ਦੇ ਉੱਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਨਹੀਂ, ਮੈਂ ਤੁਹਾਡੇ ਜੋੜੇ ਨਹੀਂ ਸਾਫ਼ ਕਰ ਰਿਹਾ, ਮੈਂ ਤਾਂ ਇਹਨਾਂ ਦੇ ਵਿੱਚੋਂ ਲੱਭ ਰਿਹਾ ਕਿ ਗੁਰੂ ਨਾਨਕ ਦੇ ਜੋੜੇ ਕਿਹੜੇ ਨੇ। ਇਹ ਤਾਂ ਮੈਨੂੰ ਗੁਰੂ ਨਾਨਕ ਦੇ ਜੋੜੇ ਲੱਗਦੇ ਨੇ, ਮੈਂ ਗੁਰੂ ਨਾਨਕ ਦੇ ਜੋੜੇ ਝਾੜ ਰਿਹਾ। ਇਹ ਹੈ ਗੁਰੂ ਘਰ ਦਾ ਤਪ, ਜਿਹਦੇ ਨਾਲ ਅਸੀਂ ਅੱਗ ਬਾਲ ਕੇ ਆਪਣੇ ਮਨ ਨੂੰ ਸ਼ੁੱਧ ਕਰਨਾ ਹੈ, ਆਪਣੀ ਬੁੱਧ ਨੂੰ ਸਾਫ਼ ਕਰਨਾ ਹੈ, ਘੜਨਾ ਹੈ, ਆਪਣੀ ਸੁਰਤ ਨੂੰ ਘੜਨਾ ਹੈ। ਜਿਹਨੂੰ ਸਤਿਗੁਰੂ ਜੀ ਨੇ ਕਿਹਾ ਭਉ ਖੱਲਾ ਅਗਨ ਤਪ ਤਾਓ, ਆਪਣੇ ਸੇਵਾ ਸਿਮਰਨ ਨੂੰ ਤਪ ਬਣਾ ਲਈਏ, ਫਿਰ ਇੱਥੇ ਘੜੀ ਜਾਣੀ ਹੈ ਸਾਡੀ ਮੱਤ ਤੇ ਬੁੱਧ। ਔਰ ਜਦੋਂ ਉਹ ਘੜੇ ਗਏ ਫਿਰ ਹੋ ਜਾਏਗੀ ਨਾਨਕ ਨਦਰੀ ਨਦਰ ਨਿਹਾਲ। ਗੁਰੂ ਪਾਤਸ਼ਾਹ ਜੀ ਦੀ ਮਿਹਰ ਭਰੀ ਨਜ਼ਰ ਸਾਡੇ ਉੱਤੇ ਹੋਏਗੀ। ਸਾਧ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਸਾਰੀ ਸੰਗਤ ਨੂੰ ਬੇਨਤੀ ਹੈ, ਵੱਧ ਚੜ ਕੇ ਹਾਜ਼ਰੀਆਂ ਲਾਓ, ਸ਼ਬਦ ਗੁਰੂ ਨਾਲ ਜੁੜੋ, ਸੇਵਾ ਅਤੇ ਸਿਮਰਨ ਦੇ ਨਾਲ ਜੁੜੋ। ਸੇਵਾ ਨਾਲ ਵੀ ਜੁੜਨਾ ਹੈ, ਸਿਮਰਨ ਨਾਲ ਵੀ ਜੁੜਨਾ ਹੈ। ਦੋਨੋਂ ਕਰਮ ਪ੍ਰਧਾਨ ਨੇ ਔਰ ਦੋਨੋਂ ਹੀ ਮਹਾਂਪੁਰਖਾਂ ਦੇ ਸਥਾਨ ਦੇ ਉੱਤੇ ਆਪ ਜੀ ਨੂੰ ਮਿਲ ਰਹੇ ਨੇ। ਸੇਵਾ ਵੀ ਕਰਨੀ ਹੈ, ਸਿਮਰਨ ਵੀ ਕਰਨਾ ਹੈ, ਫਿਰ ਸਾਡੇ ਹੋਣਗੇ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।